ਪੜ੍ਹਾਉਣ ਜਾ ਰਹੀ ਹਾਂ, ਜਿਸ ਨੂੰ ਪੜ੍ਹਾਉਣ ਦਾ ਮੇਰਾ ਉਦੇਸ਼ ਭਾਈ ਵੀਰ ਸਿੰਘ ਦੇ ਕਵਿਤਾ ਵਿੱਚ ਦਿੱਤੇ ਸੁਨੇਹੇ ਰਾਹੀਂ ਵਿਦਿਆਰਥੀਆਂ ਦਾ ਨੈਤਿਕ ਵਿਕਾਸ ਕਰਨਾ ਹੈ। ਠੀਕ ਹੈ। ਕਵਿਤਾ ਆ ਕੰਬ ਦੀ ਕਲਾਈ। ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ। ਇਸ ਕਵਿਤਾ ਦੇ ਵਿੱਚ ਭਾਈ ਵੀਰ ਸਿੰਘ ਜੀ ਪਰਮਾਤਮਾ ਦੇ ਨਾਲ ਸੁਪਨੇ ਦੇ ਵਿੱਚ ਮਿਲਾਪ ਨੂੰ ਦਰਸਾ ਰਹੇ ਆ ਕਿ ਕਿਵੇਂ ਸੁਪਨੇ ਦੇ ਵਿੱਚ ਪਰਮਾਤਮਾ ਉਹਨਾਂ ਨੂੰ ਆਣ ਕੇ ਮਿਲਦਾ ਆ। ਕਹਿੰਦੇ ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ। ਇਹ ਪਰਮਾਤਮਾ ਤੁਸੀਂ ਸੁਪਨੇ ਦੇ ਵਿੱਚ ਮੈਨੂੰ ਆਣ ਕੇ ਮਿਲੇ ਸਾਨੂੰ, ਮਤਲਬ ਮੈਨੂੰ। ਅਸਾਂ ਧਾ ਗਲਵੱਕੜੀ ਪਾਈ। ਧਾ ਮਤਲਬ ਭੱਜ ਕੇ। ਕਹਿੰਦਾ ਮੈਂ ਭੱਜ ਕੇ ਤੁਹਾਨੂੰ ਗਲਵੱਕੜੀ ਪਾਈ। ਗਲਵੱਕੜੀ ਪਾਉਣ ਦੀ ਕੋਸ਼ਿਸ਼ ਕੀਤੀ। ਨਿਰਾ ਨੂਰ ਤੁਸੀਂ ਹੱਥ ਨਾ ਆਈ। ਹੁਣ ਦੇਖੋ ਪਰਮਾਤਮਾ ਕੋਈ ਇਨਸਾਨ ਨਹੀਂ ਆ। ਪਰਮਾਤਮਾ ਕੀ ਆ? ਨਿਰਾ ਨੂਰ ਆ, ਉਹ ਪ੍ਰਕਾਸ਼ ਆ, ਉਹ ਸਾਡੇ ਹੱਥ ਨਹੀਂ ਆ ਸਕਦਾ। ਕਹਿੰਦੇ ਪਰਮਾਤਮਾ ਤੂੰ ਤੇ ਨਿਰਾ ਨੂਰ ਸੀ, ਤੂੰ ਤੇ ਪ੍ਰਕਾਸ਼ ਸੀ ਤੇ ਮੇਰੇ ਹੱਥ ਵਿੱਚ ਨਹੀਂ ਆਇਆ। ਸਾਡੀ ਕੰਬਦੀ ਰਹੀ ਕਲਾਈ। ਕਲਾਈ ਮਤਲਬ ਬਾਂਹ, ਤੇ ਮੇਰੀਆਂ ਕਹਿੰਦੇ ਬਾਹਾਂ ਜਿਹੜੀਆਂ ਆ ਉਹ ਕੰਬਦੀਆਂ ਹੀ ਰਹਿ ਗਈਆਂ। ਇਸ ਕਵਿਤਾ ਦੇ ਵਿੱਚ ਭਾਈ ਵੀਰ ਸਿੰਘ ਸੁਪਨੇ ਦੇ ਵਿੱਚ ਪਰਮਾਤਮਾ ਦੇ ਮਿਲਾਪ ਦਾ ਬਿਆਨ ਕਰਦਾ ਹੋਇਆ ਦੱਸ ਰਿਹਾ, ਆਪਣੀ ਬੇਬਸੀ ਦੱਸਦਾ ਆ ਕਿ ਪਰਮਾਤਮਾ ਮੇਰੇ ਸੁਪਨੇ ਦੇ ਵਿੱਚ ਤੇ ਆਇਆ, ਪਰ ਉਹ ਨਿਰਾ ਨੂਰ ਸੀ, ਉਹ ਤੇ ਪ੍ਰਕਾਸ਼ ਸੀ, ਜਿਹਨੂੰ ਭੱਜ ਕੇ ਮੈਂ ਗਲਵੱਕੜੀ ਪਾਉਣ ਦੀ ਕੋਸ਼ਿਸ਼ ਕੀਤੀ ਪਰ ਮੇਰੇ ਉਹ ਹੱਥ ਨਹੀਂ ਆਇਆ ਤੇ ਮੇਰੀਆਂ ਬਾਹਾਂ ਕੰਬਦੀਆਂ ਹੀ ਰਹਿ ਗਈਆਂ। ਧਾ ਚਰਨਾਂ ਤੇ ਸੀਸ ਨਵਾਇਆ। ਕਹਿੰਦੇ ਫਿਰ ਮੈਂ ਭੱਜ ਕੇ ਜਾ ਕੇ, ਧਾ ਮਤਲਬ ਭੱਜ ਕੇ, ਆਪਣਾ ਸੀਸ ਪਰਮਾਤਮਾ ਦੇ ਚਰਨਾਂ ਤੇ ਜਾ ਕੇ ਨਿਵਾਇਆ। ਸਾਡੇ ਮੱਥੇ ਛੋਹ ਨਾ ਪਾਈ। ਕਹਿੰਦੇ ਮੇਰੇ ਮੱਥੇ ਨੂੰ ਉਹਦੀ ਕੋਈ ਛੋਹ ਨਾ ਮਿਲੀ, ਕਿਉਂਕਿ ਪਰਮਾਤਮਾ ਤੇ ਪ੍ਰਕਾਸ਼ ਸੀ। ਕਹਿੰਦੇ ਮੇਰੇ ਮੱਥੇ ਨੂੰ ਪਰਮਾਤਮਾ ਦੇ ਚਰਨਾਂ ਦੀ ਛੋਹ ਨਹੀਂ ਮਿਲੀ। ਤੁਸੀਂ ਉੱਚੇ ਅਸੀਂ ਨੀਵੇਂ ਸਾਂ। ਲੈ ਪਰਮਾਤਮਾ ਤੂੰ ਤੇ ਗੁਣਾਂ ਦਾ ਖਜ਼ਾਨਾ ਆ। ਠੀਕ ਹੈ, ਤੂੰ ਤੇ ਮਤਲਬ ਤੇਰੇ ਵਿੱਚ ਤੇ ਬਹੁਤ ਸਾਰੇ ਗੁਣ ਆ। ਅਸੀਂ ਬਹੁਤ ਨੀਵੇਂ ਤੇ ਬਹੁਤ ਤੁਛ ਬੁੱਧੀ ਵਾਲਾ ਜੀਵ ਆ, ਔਗਣਾਂ ਨਾਲ ਭਰਿਆ ਹੋਇਆ ਆ। ਤੂੰ ਬਹੁਤ ਉੱਚਾ ਆ ਤੇ ਮੈਂ ਬਹੁਤ ਨੀਵਾਂ ਆ। ਸਾਡੀ ਪੇਸ਼ ਨਾ ਗਈਆ ਕਾਈ। ਆਪਣੇ ਔਗਣਾਂ ਦੇ ਕਰਕੇ ਹੀ ਮੇਰੀ ਕੋਈ ਪੇਸ਼ ਨਹੀਂ ਗਈ ਕਿ ਮੈਂ ਉਸ ਪਰਮਾਤਮਾ ਦੇ ਨਾਲ ਮਿਲਾਪ ਕਰ ਸਕਾਂ, ਪਰਮਾਤਮਾ ਦਾ ਪਿਆਰ ਪਾ ਸਕਾਂ। ਹੁਣ ਇਸ ਕਵਿਤਾ ਦੇ ਵਿੱਚ ਬੇਟਾ ਕਵੀ ਨੇ ਕਹਿਣਾ ਕੀ ਚਾਹਿਆ ਆ ਕਿ ਪਰਮਾਤਮਾ ਨੂੰ ਅਸੀਂ ਆਪਣੇ ਔਗਣਾਂ ਨੂੰ ਦੂਰ ਕਰਕੇ ਹੀ ਪ੍ਰਾਪਤ ਕਰ ਸਕਦੇ ਹਾਂ। ਅਸੀਂ ਉਸ ਤੱਕ ਜੇ ਪਹੁੰਚਣਾ ਆ ਤੇ ਸਾਨੂੰ ਆਪਣੇ ਅੰਦਰ ਗੁਣਾਂ ਨੂੰ ਲਿਆਉਣਾ ਆ। ਠੀਕ ਹੈ, ਔਗਣਾਂ ਦਾ ਤਿਆਗ ਕਰਨਾ ਆ। ਪਰਮਾਤਮਾ ਨੂੰ ਪਾਉਣਾ ਕੋਈ ਸੌਖਾ ਕੰਮ ਨਹੀਂ ਆ। ਅਸੀਂ ਸੁਪਨੇ ਦੇ ਵਿੱਚ ਵੀ ਉਹਨੂੰ ਨਹੀਂ ਪਾ ਸਕਦੇ। ਕਵੀ ਸੁਪਨੇ ਦੇ ਵਿੱਚ ਵੀ ਪਰਮਾਤਮਾ ਨੂੰ ਨਹੀਂ ਪਾ ਸਕਿਆ। ਠੀਕ ਹੈ, ਪਰ ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਆ ਉਹ ਪਰਮਾਤਮਾ ਦਾ ਦੀਦਾਰ ਵੀ ਕਰ ਲੈਂਦੇ ਆ ਤੇ ਉਹਨੂੰ ਆਪਣੇ ਗਲ ਦੇ ਨਾਲ ਵੀ ਲਗਾ ਲੈਂਦਾ ਹੈ ਉਹਨਾਂ ਨੂੰ ਪਰਮਾਤਮਾ। ਫਿਰ ਲੜ ਫੜਨੇ ਨੂੰ ਉੱਠ ਦੌੜੇ। ਕਹਿੰਦੇ ਜਦੋਂ ਹੁਣ ਪਰਮਾਤਮਾ ਮੇਰੇ ਸੁਪਨੇ ਦੇ ਵਿੱਚ ਆਇਆ, ਮੇਰੇ ਕੋਲ ਗਲਵੱਕੜੀ ਨਹੀਂ ਪਈ। ਠੀਕ ਹੈ, ਪਰਮਾਤਮਾ ਬਹੁਤ ਉੱਚਾ ਸੀ, ਮੈਂ ਬਹੁਤ ਨੀਵਾਂ ਸੀ, ਮੈਂ ਉਹਦੇ ਚਰਨਾਂ ਦੇ ਉੱਤੇ ਮੱਥਾ ਵੀ ਨਹੀਂ ਟੇਕ ਸਕਿਆ ਤੇ ਪਰਮਾਤਮਾ ਜਾ ਰਿਹਾ ਸੀ ਤੇ ਮੈਂ ਉੱਠ ਕੇ ਦੌੜੇ ਮਤਲਬ ਦੌੜ ਕੇ ਜਾ ਕੇ ਉਹਦਾ ਲੜ ਫੜਨ ਦੀ ਕੋਸ਼ਿਸ਼ ਕੀਤੀ। ਮੈਂ ਉੱਠ ਕੇ ਭੱਜ ਕੇ ਪਰਮਾਤਮਾ ਦਾ ਲੜ ਫੜਨ ਦੀ ਕੋਸ਼ਿਸ਼ ਕੀਤੀ, ਪਰ ਲੜ ਉਹ ਬਿਜਲੀ ਲਹਿਰਾਂ। ਕਹਿੰਦੇ ਜਿਹੜਾ ਉਹਦਾ ਲੜ ਸੀ ਨਾ ਉਹ ਐਵੇਂ ਸੀ ਜਿਵੇਂ ਬਿਜਲੀ ਦੀਆਂ ਤੇਜ਼ ਲਹਿਰਾਂ ਹੋਣ। ਜਿੱਦਾਂ ਅਸਮਾਨ ਦੇ ਵਿੱਚ ਬਿਜਲੀ ਦੀਆਂ ਤਾਰਾਂ ਨਹੀਂ ਬਹੁਤ ਤੇਜ਼ ਦੀ ਰੋਸ਼ਨੀ ਦਿੰਦੀਆਂ, ਇੱਦਾਂ ਹੀ ਪਰਮਾਤਮਾ ਦਾ ਲੜ ਉਹ ਬਿਜਲੀ ਦੀਆਂ ਤੇਜ਼ ਲਹਿਰਾਂ ਵਰਗਾ ਸੀ, ਉੜਦਾ ਜਾਂਦਾ। ਜਦੋਂ ਪਰਮਾਤਮਾ ਜਾ ਰਿਹਾ ਸੀ ਤੇ ਉਹਦਾ ਜਿਹੜਾ ਲੜ ਸੀ ਉਹ ਉੜਦਾ ਜਾਂਦਾ, ਪਰ ਉਹ ਆਪਣੀ ਛੋਹ ਸਾਨੂੰ ਗਿਆ ਲਾਈ। ਉਹ ਜਾਂਦਾ ਜਾਂਦਾ ਇੱਕ ਛੋਹ ਮੈਨੂੰ ਲਾ ਗਿਆ। ਪਰਮਾਤਮਾ ਦੇ ਉਸ ਲੜ ਦੀ ਛੋਹ ਦੇ ਨਾਲ ਹੀ ਮਿੱਟੀ ਚਮਕ ਪਈ ਇਹ ਮੋਈ। ਮੇਰਾ ਜਿਹੜਾ ਸਰੀਰ ਸੀ, ਇਹ ਜਿਹੜਾ ਔਗਣਾਂ ਨਾਲ ਭਰਿਆ ਮੁਰਦਿਆਂ ਸਮਾਨ ਸਰੀਰ ਸੀ, ਉਹ ਜਿਹੜੀ ਮੇਰੀ ਮਿੱਟੀ ਸੀ, ਮੋਇਆ ਸਮਾਨ ਮਿੱਟੀ ਮੇਰੇ ਸਰੀਰ ਦੀ ਚਮਕ ਪਈ। ਤੇ ਤੁਸੀਂ ਲੂਆਂ ਵਿੱਚ ਲਿਸ਼ਕੇ
ਲੂਆਂ ਮਤਲਬ ਰੋਮ ਰੋਮ। ਜੇ ਪਰਮਾਤਮਾ ਤੇਰੇ ਲੜਦੀ ਛੂ ਕਾਰਨ ਹੀ ਮੇਰੇ ਜਿਹੜੀ ਸਰੀਰ ਦੀ ਮੋਈ ਮਿੱਟੀ ਸੀ ਉਹਦੇ ਵਿੱਚ ਚਮਕ ਆ ਗਈ ਤੇ ਮੇਰੇ ਰੋਮ ਰੋਮ ਵਿੱਚ ਤੁਸੀਂ ਲਿਸ਼ਕਣ ਲੱਗੇ। ਬਿਜਲੀ ਗੂੰਦ ਗਈ ਥਰਰਾਂਦੀ, ਹੁਣ ਚੱਕਾ ਚੂੰਦ ਹੈ ਛਾਈ। ਜਿਵੇਂ ਅਸਮਾਨ ਦੇ ਵਿੱਚ ਬਿਜਲੀ ਲਿਸ਼ਕਦੀ ਆ, ਉਹ ਇੰਨੀ ਕੁ ਤੇਜ਼ ਰੌਸ਼ਨੀ ਹੁੰਦੀ ਹੈ ਕਿ ਸਾਨੂੰ ਚਾਰ ਚੁਫੇਰੇ ਹਨੇਰਾ ਹੀ ਹਨੇਰਾ ਦਿਸਦਾ ਆ ਤੇ ਉਹਦੇ ਨਾਲ ਸਾਡੀਆਂ ਅੱਖਾਂ ਝੁੰਧਿਆ ਜਾਂਦੀਆਂ। ਉਹ ਤੇਜ਼ ਪ੍ਰਕਾਸ਼ ਦੇਖ ਕੇ ਸਾਡੀਆਂ ਅੱਖਾਂ ਝੁੰਧਿਆ ਜਾਂਦੀਆਂ ਆ ਤੇ ਸਾਨੂੰ ਹੋਰ ਕੁਝ ਨਹੀਂ ਦਿਖਾਈ ਦਿੰਦਾ। ਕਿ ਨਾ ਮੇਰੀ ਅਵਸਥਾ ਹੁਣ ਮੈਂ ਤੇਰੇ ਪ੍ਰਕਾਸ਼ ਨੂੰ ਦੇਖ ਲਿਆ ਆ ਤੇ ਮੇਰੀ ਅਵਸਥਾ ਹੁਣ ਇਹ ਹੋ ਚੁੱਕੀ ਆ ਕਿ ਮੈਨੂੰ ਹੁਣ ਸਿਰਫ ਤੂੰ ਹੀ ਦਿਖਦਾ ਆ। ਮੇਰੇ ਅੰਦਰ ਗੁਣਾਂ ਦਾ ਪ੍ਰਕਾਸ਼ ਹੋ ਗਿਆ ਆ। ਠੀਕ ਹੈ, ਤੇਰੀ ਉਸ ਸ਼ੋਅ ਨੇ ਮੇਰੇ ਅੰਦਰ ਗੁਣਾਂ ਦਾ ਪ੍ਰਕਾਸ਼ ਕਰ ਦਿੱਤਾ ਆ, ਜਿਸ ਕਰਕੇ ਮੈਨੂੰ ਹੁਣ ਹੋਰ ਕੁਝ ਵੀ ਦਿਖਾਈ ਨਹੀਂ ਦਿੰਦਾ, ਮੈਨੂੰ ਸਿਰਫ ਪਰਮਾਤਮਾ ਤੂੰ ਹੀ ਦਿਖਾਈ ਦਿੰਦਾ ਆ। ਠੀਕ ਹੈ, ਇਹ ਸੀ ਸਾਡੀ ਕਵਿਤਾ ਕੰਬ ਦੀ ਕਲਾਈ, ਜਿਹੜੀ ਤੁਹਾਡੇ ਸਿਲੇਬਸ ਦੇ ਵਿੱਚ ਬੇਟਾ ਹੈਗੀ ਆ। ਤੇ ਇਹਦੇ ਵਿੱਚ 3 ਨੰਬਰ ਦਾ ਪ੍ਰਸੰਗ ਤੇ 5 ਨੰਬਰ ਦੀ ਵਿਆਖਿਆ ਆਵੇਗੀ। ਅਸੀਂ ਪ੍ਰਸੰਗ 3 ਨੰਬਰ ਜੋਗਾ ਕਰਨਾ ਆ ਤੇ ਜਿਹੜੀ ਇਹਦੀ ਵਿਆਖਿਆ ਆ ਉਹ 5 ਨੰਬਰ ਲਈ ਕਰਨੀ ਆ। ਮੈਨੂੰ ਉਮੀਦ ਹੈ ਕਿ ਤੁਸੀਂ ਮੇਰੀ ਇਸ ਕਵਿਤਾ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ ਤੇ ਮੈਂ ਆਪਣੇ ਉਦੇਸ਼ ਨੂੰ ਸਫਲ ਕਰ